Hello students, today's my topic is Dravidian movement। Dravidian movement ਹੈ ਜਿਹੜਾ ਉਹ ਇੱਕ ਤਾਮਿਲਨਾਡੂ ਵਿੱਚ ਜਿਹੜਾ ਇੱਕ ਅੰਦੋਲਨ ਕੀਤਾ ਗਿਆ ਸੀ। ਆਓ ਹੁਣ ਇਸਦੇ ਇੰਟਰੋਡਕਸ਼ਨ ਬਾਰੇ ਗੱਲ ਕਰਦੇ ਹਾਂ। ਤਾਂ ਇਹ ਦੱਖਣੀ ਭਾਰਤ ਵਿੱਚ ਤਾਮਿਲਨਾਡੂ ਵਿੱਚ ਉਸ ਸਮੇਂ ਦੋ ਪਾਰਟੀ ਸੀਗੀਆਂ, DMK ਐਂਡ AIADMK, ਜੋ ਕਿ ਹਮੇਸ਼ਾ ਤੋਂ ਤਾਮਿਲਨਾਡੂ ਦੀ ਸੱਤਾ ਵਿੱਚ ਮਜ਼ਬੂਤੀ ਪਕੜੇ ਹੋਏ ਹੈ। ਪਰ ਇਹਨਾਂ ਦੋਨਾਂ ਹੀ ਦਲਾਂ ਦੇ ਨਾਂ ਵਿੱਚ ਇੱਕ ਦੂਜੇ ਦਾ ਸ਼ਬਦ ਜਿਹੜਾ ਮਿਲਦਾ ਜੁਲਦਾ ਹੈ, ਉਹ ਹੈ ਦ੍ਰਵਿੜ ਜਾਂ ਦਰਾਵਿੜ। ਸਿਰਫ ਇੱਕ ਸ਼ਬਦ ਹੀ ਨਹੀਂ ਬਲਕਿ ਇਹ ਉਹ ਅੰਦੋਲਨ ਹੈ ਜਿਸ ਕਾਰਨ ਇਹਨਾਂ ਦੋਹਾਂ ਦਲਾਂ ਦੀ ਸਥਾਪਨਾ ਹੋਈ। ਪੈਰੀਆਰ ਸੀਗੇ, ਉਹਨਾਂ ਨੇ ਇਸ ਦੇ ਜਨਕ ਵਜੋਂ ਜਾਣਿਆ ਜਾਂਦਾ ਹੈ। ਪੈਰੀਆਰ ਦੇ ਨਾਂ ਤੋਂ ਮਸ਼ਹੂਰ EV ਰਾਮਾਸਵਾਮੀ ਸੀ। ਇਹ ਆਪ ਮਦਰਾਸ ਦੇ ਕਾਂਗਰਸ ਦੇ ਅਧਿਅਕਸ਼ ਵਜੋਂ ਕੰਮ ਕਰ ਰਹੇ ਸਨ। ਆਪ ਨੇ ਜਦੋਂ ਕਈ ਘਟਨਾਵਾਂ ਦੇ ਵਾਪਰਨ ਤੋਂ ਬਾਅਦ ਜਦੋਂ ਗੈਰ ਬ੍ਰਾਹਮਣਾਂ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਕੀਤਾ ਗਿਆ ਤਾਂ ਆਪ ਨੇ ਇੱਕ ਡਰਾਵਿਡੀਅਨ ਮੂਵਮੈਂਟ ਸਟਾਰਟ ਕੀਤਾ, ਜਿਸ ਅਧੀਨ ਆਪ ਨੇ ਇਸ ਅੰਦੋਲਨ ਵਿੱਚ ਭਾਗ ਲਿਆ ਅਤੇ ਇਸ ਅੰਦੋਲਨ ਨੂੰ ਅੱਗੇ ਵਧਾਉਣ ਵਿੱਚ ਮਦਦ ਕੀਤੀ। ਆਓ ਹੁਣ ਅਸੀਂ ਜਾਣਦੇ ਹਾਂ ਕਿ ਵਟ ਇਜ਼ ਡਰਾਵਿਡੀਅਨ ਮੂਵਮੈਂਟ। ਡਰਾਵਿਡੀਅਨ ਮੂਵਮੈਂਟ ਕੀ ਸੀ? ਡਰਾਵਿਡੀਅਨ ਮੂਵਮੈਂਟ ਜਦੋਂ EV ਰਾਮਾਸਵਾਮੀ ਦੇ ਨਾਮ ਨਾਲ ਮਸ਼ਹੂਰ ਪੈਰੀਆਰ ਦੇ ਅਨੁਸਾਰ ਮੰਨਿਆ ਜਾਵੇ ਤਾਂ ਉਹ ਗੈਰ ਬ੍ਰਾਹਮਣਾਂ ਨੂੰ ਦ੍ਰਾਵਿੜ ਕਹਿੰਦੇ ਹਨ। ਇਸ ਅੰਦੋਲਨ ਦੀ ਸ਼ੁਰੂਆਤ ਛੂਤ-ਛਾਤ, ਅਸਮਾਨਤਾ, ਧਾਰਮਿਕ ਵਿਸ਼ਵਾਸ, ਬ੍ਰਾਹਮਣਵਾਦੀ ਸੋਚ ਅਤੇ ਹਿੰਦੂ ਕੁਰੀਤੀਆਂ ਦੇ ਉੱਤੇ ਵਿਦਰੋਹ ਕਰਨ ਦੇ ਲਈ ਹੋਇਆ ਸੀ। ਭਾਵ ਕਿ ਜਦੋਂ ਪੈਰੀਆਰ ਦੇ ਅਕੋਰਡਿੰਗ ਮੰਨਿਆ ਜਾਵੇ ਕਿ ਡਰਾਵਿਡੀਅਨ ਮੂਵਮੈਂਟ ਕਦੋਂ ਸਟਾਰਟ ਹੋਇਆ, ਜਦੋਂ ਗੈਰ ਬ੍ਰਾਹਮਣਾਂ ਲਈ ਛੂਤ-ਛਾਤ, ਸਮਾਨਤਾ, ਧਾਰਮਿਕ ਵਿਸ਼ਵਾਸ, ਬ੍ਰਾਹਮਣਵਾਦੀ ਸੋਚ ਜਿਹੜੀ ਥੋਪੀ ਗਈ ਅਤੇ ਹਿੰਦੂ ਕੁਰੀਤੀਆਂ ਦੇ ਆਧਾਰ ਤੇ ਉਹਨਾਂ ਨਾਲ ਜਿਹੜਾ ਭੇਦਭਾਵ ਕੀਤਾ ਗਿਆ, ਉਸ ਅਗੇਂਸਟ ਜਿਹੜਾ ਵਿਦਰੋਹ ਕੀਤਾ ਗਿਆ ਸੀ, ਉਸਨੂੰ ਡਰਾਵਿਡੀਅਨ ਮੂਵਮੈਂਟ ਕਿਹਾ ਜਾਂਦਾ ਸੀ। ਅੱਜ ਵੀ ਡਰਾਵਿਡੀਅਨ ਅੰਦੋਲਨ ਦੇ ਨਾਲ ਜੁੜੇ ਨੇਤਾ ਆਪਣੇ ਨਾਮ ਦੇ ਨਾਲ ਜਾਤੀ ਸੂਚਕ ਨਹੀਂ ਲਗਾਉਂਦੇ। ਡਰਾਵਿਡੀਅਨ ਅੰਦੋਲਨ ਹਿੰਦੂ ਧਰਮ ਦੇ ਕਿਸੇ ਬ੍ਰਾਹਮਣ ਪਰੰਪਰਾ ਅਤੇ ਰਸਮ ਰਿਵਾਜ ਵਿੱਚ ਵਿਸ਼ਵਾਸ ਨਹੀਂ ਰੱਖਦੇ, ਕਿਉਂਕਿ ਉਹ ਗੈਰ ਬ੍ਰਾਹਮਣ ਸੀਗੇ, ਉਹਨਾਂ ਦੀ ਪਾਲਣਾ ਕਰਦੇ ਸੀ, ਜਿਸ ਅਧੀਨ ਉਹ ਹਿੰਦੂਵਾਦੀ ਰਸਮ ਰਿਵਾਜ ਅਤੇ ਉਹਨਾਂ ਪਰੰਪਰਾਵਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੀ, ਜਿਹੜੇ ਰਸਮ ਰਿਵਾਜ ਉਹਨਾਂ ਦਾ ਸ਼ੋਸ਼ਣ ਕਰਦੇ ਸੀ ਜਾਂ ਜਿਨ੍ਹਾਂ ਰਸਮਾਂ ਆਧਾਰ ਤੇ ਉਹਨਾਂ ਨਾਲ ਅਸਮਾਨਤਾ ਕੀਤੀ ਜਾਂਦੀ ਸੀ ਜਾਂ ਬ੍ਰਾਹਮਣਵਾਦੀ ਸੋਚ ਥੋਪੀ ਜਾਂਦੀ ਸੀ। ਇਹੀ ਕਾਰਨ ਹੈ ਕਿ ਤਾਮਿਲਨਾਡੂ ਦੇ ਪਹਿਲੇ ਦ੍ਰਾਵਿੜ ਮੁੱਖ ਮੰਤਰੀ ਅਰੁਣਾਦੈ ਤੋਂ ਲੈ ਕੇ ਕਰੁਣਾਨਿਧੀ ਤੱਕ ਦਾ ਜਿਹੜਾ ਸੰਸਕਾਰ ਹੈ ਜਿਹੜਾ ਕਰਨ ਦੀ ਬਜਾਏ ਉਹਨਾਂ ਨੂੰ ਦਫਨਾਇਆ ਗਿਆ ਸੀ। ਤੇ ਕਿਉਂਕਿ ਸਾਡੇ ਹਿੰਦੂ ਧਰਮ ਵਿੱਚ ਇਹ ਰਿਵਾਜ ਹੈ ਕਿ ਮਨੁੱਖ ਜਦੋਂ ਮਰ ਜਾਂਦਾ ਹੈ ਤਾਂ ਉਸਦੇ ਸੰਸਕਾਰ ਵਜੋਂ ਉਸਦਾ ਦਾਹ ਸੰਸਕਾਰ ਕੀਤਾ ਜਾਂਦਾ ਹੈ, ਨਾ ਕਿ ਉਸਨੂੰ ਦਫਨਾਇਆ ਜਾਂਦਾ ਹੈ। ਪਰੰਤੂ ਦ੍ਰਾਵਿੜ ਅੰਦੋਲਨ ਨੂੰ ਅਪਣਾਉਣ ਵਾਲੇ ਜਿੰਨੇ ਵੀ CM ਹੋਏ ਨੇ ਤਾਮਿਲਨਾਡੂ ਵਿੱਚ, ਉਹਨਾਂ ਨੇ ਆਪਣਾ ਸੰਸਕਾਰ ਹੈ ਜਿਹੜਾ ਦਾਹ ਸੰਸਕਾਰ ਰਾਹੀਂ ਨਹੀਂ ਬਲਕਿ ਦਫਨਾ ਕੇ ਕੀਤਾ ਗਿਆ ਅਤੇ ਇਸ ਪ੍ਰਕਾਰ ਆਪਣੀ ਸੋਚ ਨੂੰ ਗੈਰ ਬ੍ਰਾਹਮਣਵਾਦੀ ਬਣਾਇਆ। ਆਓ ਹੁਣ ਅਸੀਂ ਇਸ ਦੇ ਕੁਝ CM ਬਾਰੇ ਗੱਲ ਕਰਦੇ ਹਾਂ। ਠੀਕ ਹੈ, ਇਹ ਡਰਾਵਿਡੀਅਨ ਮੂਵਮੈਂਟ ਹੈ ਜਿਹੜਾ ਉਹ 1916 ਵਿੱਚ ਸ਼ੁਰੂ ਹੋਇਆ ਅਤੇ ਸਭ ਤੋਂ ਪਹਿਲਾਂ ਜਿਹੜਾ ਕਈ ਘਟਨਾਵਾਂ ਕਾਰਨ ਹੈ ਜਿਹੜਾ ਇਹ ਅੰਦੋਲਨ ਸ਼ੁਰੂ ਹੋਇਆ ਸੀ ਅਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਗੈਰ ਬ੍ਰਾਹਮਣ ਵਿਅਕਤੀ ਸੀਗੇ, ਉਹਨਾਂ ਨਾਲ ਕਿਸੇ ਤਰ੍ਹਾਂ ਦਾ ਅਸਮਾਨਤਾ, ਛੂਤ-ਛਾਤ ਜਾਂ ਬ੍ਰਾਹਮਣਵਾਦੀ ਸੋਚ ਅਪਣਾਉਣ ਕਾਰਨ ਉਹਨਾਂ ਨਾਲ ਭੇਦਭਾਵ ਕੀਤਾ ਗਿਆ ਅਤੇ ਇਹ ਅੰਦੋਲਨ ਦੀ ਸ਼ੁਰੂਆਤ ਹੋਈ। ਉਸ ਤੋਂ ਬਾਅਦ ਅਨੇਕਾਂ CM ਹੋਏ ਨੇ ਜਿਨ੍ਹਾਂ ਨੇ ਆਪਣੇ ਸਥਾਨ ਤੇ ਰਹਿ ਕੇ ਇਸ ਅੰਦੋਲਨ ਨੂੰ ਵਧਾਵਾ ਦਿੱਤਾ ਅਤੇ ਇਸ ਅੰਦੋਲਨ ਲਈ ਆਪਣਾ ਕੰਮ ਕੀਤਾ। ਇਹ ਸਭ ਤੋਂ ਪਹਿਲਾਂ ਪੈਰੀਆਰ ਦੀ ਗੱਲ ਕਰਦੇ ਨੇ। ਇਹ ਕਾਂਗਰਸ ਦੇ ਮਦਰਾਸ ਵਿੱਚ ਅਧਿਅਕਸ਼ ਦੇ ਤੌਰ ਤੇ ਕੰਮ ਕਰ ਰਹੇ ਸੀ, ਪਰੰਤੂ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਗੈਰ ਬ੍ਰਾਹਮਣਾਂ ਨਾਲ ਕਈ ਤਰ੍ਹਾਂ ਦੀ
ਅਮਾਨਵੀ ਵਿਵਹਾਰ ਕੀਤਾ ਜਾ ਰਿਹਾ ਹੈ ਜਾਂ ਫਿਰ ਉਹਨਾਂ ਨਾਲ ਛੂਤ-ਛਾਤ, ਭੇਦਭਾਵ ਵਰਗੀ ਘਟਨਾਵਾਂ ਸਾਹਮਣੇ ਆਈਆਂ ਤਾਂ ਇਹਨਾਂ ਨੇ ਕਾਂਗਰਸ ਦੀ ਅਧਿਅਕਸ਼ਤਾ ਨੂੰ ਛੱਡ ਕੇ ਦ੍ਰਾਵਿੜ ਮੂਵਮੈਂਟ ਅਧੀਨ ਜਿਹੜਾ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ MGR ਰਾਮਚੰਦਰਾ ਦੀ ਗੱਲ ਕਰੀਏ ਤਾਂ ਇਹਨਾਂ ਨੇ ਵੀ ਆਪਣੀ ਫਿਲਮ ਇੰਡਸਟਰੀ ਰਾਹੀਂ ਲੋਕਾਂ ਨੂੰ AIADMK ਦੀ ਜਿਹੜੀ ਵਿਚਾਰਧਾਰਾ ਨੂੰ ਲੋਕਾਂ ਦੇ ਤੱਕ ਪਹੁੰਚਾਇਆ ਅਤੇ ਉਹਨਾਂ ਨੂੰ ਪ੍ਰਭਾਵਿਤ ਕੀਤਾ। ਠੀਕ ਹੈ, ਇਸ ਪ੍ਰਕਾਰ ਡਿਫਰੈਂਟ CM ਰਹੇ ਨੇ ਜਿਨ੍ਹਾਂ ਨੇ ਆਪਣੀ ਆਪਣੀ ਵਿਚਾਰਧਾਰਾ ਰਾਹੀਂ ਦ੍ਰਾਵਿੜ ਮੂਵਮੈਂਟ ਨੂੰ ਇੱਕ ਠੋਸ ਬੇਸ ਪ੍ਰਦਾਨ ਕੀਤਾ। ਆਓ ਸਟੂਡੈਂਟਸ, ਹੁਣ ਅਸੀਂ ਦ੍ਰਾਵਿੜ ਮੂਵਮੈਂਟ ਦੀ ਸਟਾਰਟਿੰਗ ਦੀ ਗੱਲ ਕਰੀਏ। ਸਾਲ 1924 ਵਿੱਚ ਕੇਰਲ ਦੇ ਰਾਵਣਕੋਣ ਦੇ ਰਾਜਾ ਦੇ ਮੰਦਿਰ ਵਿੱਚ ਕੀ ਹੈ, ਜਿਹੜੇ ਦਲਿਤ ਲੋਕ ਸੀ ਜਾਂ ਗੈਰ ਬ੍ਰਾਹਮਣ ਲੋਕ ਸੀ, ਉਹਨਾਂ ਦੇ ਜਾਣ ਤੇ ਰੋਕ ਲਗਾ ਦਿੱਤੀ ਜਾਂ ਉਹਨਾਂ ਦੇ ਪ੍ਰਵੇਸ਼ ਤੇ ਰੋਕ ਲਗਾ ਦਿੱਤੀ, ਜਿਸ ਦਾ ਕੀ ਹੈ ਦਲਿਤਾਂ ਨੇ ਇਸ ਦਾ ਵਿਰੋਧ ਕੀਤਾ। ਠੀਕ ਹੈ, ਵਿਰੋਧ ਜਦੋਂ ਕੀਤਾ ਤਾਂ ਉੱਥੋਂ ਦੇ ਜਿਹੜੇ ਸੈਨਿਕ ਲੋਕ ਸੀ ਜਾਂ ਜਿਹੜੇ ਵੀ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਰੋਕਿਆ ਸੀ, ਉਹਨਾਂ ਲੋਕਾਂ ਨੇ ਕੀ ਹੈ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਕਿਹਨਾਂ ਨੂੰ? ਜਿਹੜੇ ਗੈਰ ਬ੍ਰਾਹਮਣ ਲੋਕ ਸੀ। ਇਸ ਦੇ ਬਾਅਦ ਅੰਦੋਲਨ ਦੀ ਅਗਵਾਈ ਦੇ ਲਈ ਨੇਤਾਵਾਂ ਨੇ ਮਦਰਾਸ ਰਾਜਾ ਕਾਂਗਰਸ ਦੇ ਅਧਿਅਕਸ਼ ਪੈਰੀਆਰ ਨੂੰ ਇੱਕ ਸੁਨੇਹਾ ਭੇਜਿਆ। ਪੈਰੀਆਰ ਹੈ ਜਿਹੜੇ ਉਹ ਮਦਰਾਸ ਰਾਜ ਕਾਂਗਰਸ ਦੇ ਅਧਿਅਕਸ਼ ਸੀ। ਤਾਂ ਪੈਰੀਆਰ ਨੂੰ ਜਦੋਂ ਪਤਾ ਲੱਗਿਆ ਕਿ ਅੱਜ ਇਸ ਪ੍ਰਕਾਰ ਜਿਹੜੇ ਦਲਿਤਾਂ ਦੇ ਪ੍ਰਵੇਸ਼ ਤੇ ਰੋਕ ਲਗਾ ਦਿੱਤੀ ਹੈ, ਤਾਂ ਪੈਰੀਆਰ ਆਪਣੇ ਅਸਤੀਫਾ ਦੇ ਕੇ ਕੇਰਲ ਪਹੁੰਚ ਗਏ। ਠੀਕ ਹੈ, ਜਿਸ ਦੇ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਕਈ ਮਹੀਨਿਆਂ ਤੱਕ ਜੇਲ੍ਹ ਵਿੱਚ ਬੰਦ ਵੀ ਰੱਖਿਆ ਗਿਆ। ਉੱਥੇ ਇਸ ਵਿਚਕਾਰ ਖਬਰ ਆਈ ਕਿ ਚੇਕਮਨਾਦੇਵੀ ਸ਼ਹਿਰ ਵਿੱਚ ਕਾਂਗਰਸ ਦੇ ਅਨੁਦਾਨ ਜਿਹੜੇ ਕਾਂਗਰਸ ਦੁਆਰਾ ਇੱਕ ਗ੍ਰਾਂਟ ਦਿੱਤੀ ਜਾਂਦੀ ਸੀ, ਉਹ ਸਕੂਲ ਵਿੱਚ ਕੀ ਹੈ ਸੁਬਰਮਨਿਅਮ ਅਈਅਰ ਨੇ ਬ੍ਰਾਹਮਣ ਵਿਦਿਆਰਥੀਆਂ ਦੇ ਨਾਲ ਖਾਣਾ ਪਰੋਸਦੇ ਸਮੇਂ ਅਲੱਗ ਵਿਵਹਾਰ ਕੀਤਾ ਸੀ। ਭਾਵ ਕਿ ਜਿਹੜੇ ਗੈਰ ਬ੍ਰਾਹਮਣ ਵਿਦਿਆਰਥੀ ਸੀ ਉਹਨਾਂ ਨਾਲ ਭੇਦਭਾਵ ਕੀਤਾ ਸੀ। ਪੈਰੀਆਰ ਨੇ ਕਾਂਗਰਸ ਨੂੰ ਕਿਹਾ ਵੀ ਇਸ ਸਕੂਲ ਦੀ ਗ੍ਰਾਂਟ ਬੰਦ ਕਰ ਦੇਣ, ਪਰ ਕੀ ਹੋਇਆ, ਜਦੋਂ ਕਾਂਗਰਸ ਨੇ ਨੂੰ ਕਿਹਾ ਗਿਆ ਇਸ ਬਾਰੇ ਤਾਂ ਕਾਂਗਰਸ ਨੇ ਇਸ ਦੀ ਮਨਾਹੀ ਕਰ ਦਿੱਤੀ। ਇਸ ਤੋਂ ਬਾਅਦ ਜਦੋਂ ਫਿਰ ਪੈਰੀਆਰ ਨੇ ਸੁਬਰਮਨਿਅਮ ਅਈਅਰ ਨੂੰ ਕਿਹਾ ਕਿ ਤੁਸੀਂ ਵਿਦਿਆਰਥੀਆਂ ਨਾਲ ਭੇਦਭਾਵ ਨਾ ਕਰੋ, ਇਕੁਅਲ ਵਿਵਹਾਰ ਕਰੋ, ਤਾਂ ਉਹਨਾਂ ਨੇ ਵੀ ਇਸ ਦੀ ਮਨਾਹੀ ਕਰ ਦਿੱਤੀ। ਤਾਂ ਜਦੋਂ ਪੈਰੀਆਰ ਨੇ ਵੇਖਿਆ ਕਿ ਕਾਂਗਰਸ ਨੇ ਉਸ ਅਕੋਰਡਿੰਗ ਅਨੁਦਾਨ ਬੰਦ ਨਹੀਂ ਕੀਤਾ ਅਤੇ ਸੁਬਰਮਨਿਅਮ ਅਈਅਰ ਨੇ ਵੀ ਉਸ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ, ਤਾਂ ਪੈਰੀਆਰ ਨੇ ਕਾਂਗਰਸ ਛੱਡਣ ਲਈ ਛੱਡ ਦਿੱਤੀ ਅਤੇ ਆਤਮ ਸਨਮਾਨ ਅੰਦੋਲਨ ਸ਼ੁਰੂ ਕਰ ਦਿੱਤਾ, ਜਿਸ ਨੂੰ ਅੱਜ ਅਸੀਂ ਦ੍ਰਾਵਿਡੀਅਨ ਮੂਵਮੈਂਟ ਕਹਿੰਦੇ ਹਾਂ। ਇਸ ਪ੍ਰਕਾਰ ਪੈਰੀਆਰ ਨੂੰ ਅਸੀਂ ਦ੍ਰਾਵਿਡੀਅਨ ਮੂਵਮੈਂਟ ਦਾ ਜਨਕ ਕਹਿੰਦੇ ਹਾਂ। ਠੀਕ ਹੈ, ਦ੍ਰਾਵਿਡੀਅਨ ਅੰਦੋਲਨ 1925 EV ਰਾਮਾਸਵਾਮੀ ਦੁਆਰਾ ਇੱਕ ਅਜਿਹੇ ਸਮਾਜ ਨੂੰ ਪ੍ਰਾਪਤ ਕਰਨ ਦੇ ਉਦੇਸ਼ ਤੋਂ ਸਥਾਪਿਤ ਕੀਤਾ ਗਿਆ ਸੀ ਜਿੱਥੇ ਜਿਹੜੀ ਬੈਕਵਰਡ ਕਲਾਸਿਸ ਸੀ ਜਾਂ ਗੈਰ ਬ੍ਰਾਹਮਣ ਜਾਤੀਆਂ ਸੀ ਨੂੰ ਸਮਾਨ ਮਾਨਵਾ ਅਧਿਕਾਰ ਦਿੱਤੀਆਂ ਜਾਣ, ਪਛੜੀਆਂ ਜਾਤੀਆਂ ਨੂੰ ਆਤਮ ਸਨਮਾਨ ਲਈ ਪ੍ਰੋਤਸਾਹਿਤ ਕੀਤਾ ਜਾਵੇ। ਓਕੇ, तो इस प्रकार ਜਿਹੜਾ ਦ੍ਰਾਵਿਡੀਅਨ ਮੂਵਮੈਂਟ ਸੀ ਇਹ ਗੈਰ ਬ੍ਰਾਹਮਣਾਂ ਦੇ ਅਧਿਕਾਰਾਂ ਨੂੰ ਦਿਵਾਉਣ ਅਤੇ ਸਨਮਾਨ, ਇਕੁਐਲਿਟੀ ਅਤੇ ਅਛੂਤ ਵਰਗੀਆਂ ਪਰੰਪਰਾਵਾਂ ਨੂੰ ਖਤਮ ਕਰਨ ਲਈ ਜਿਹੜਾ ਇਹ ਮੂਵਮੈਂਟ ਚਲਾਇਆ ਗਿਆ ਸੀ। ਦ੍ਰਾਵਿਡੀਅਨ ਮੂਵਮੈਂਟ ਨਾਲ ਰਿਲੇਟਡ ਇਹ ਕੁਝ CM ਰਹੇ ਨੇ ਜਿਨ੍ਹਾਂ ਨੇ ਆਪਣੇ ਟਾਈਮ ਵਿੱਚ ਰਹਿ ਕੇ ਦ੍ਰਾਵਿਡੀਅਨ ਮੂਵਮੈਂਟ ਨੂੰ ਇੱਕ ਇੰਪੋਰਟੈਂਟ ਬੇਸ ਦਿੱਤਾ। ਸਭ ਤੋਂ ਪਹਿਲਾਂ ਪੈਰੀਆਰ ਦੀ ਗੱਲ ਕਰਦੇ ਹਨ, ਜਿਸ ਨੂੰ ਅਸੀਂ ਦ੍ਰਾਵਿਡੀਅਨ ਮੂਵਮੈਂਟ ਦੇ ਜਨਕ ਵਜੋਂ ਜਾਣਦੇ ਹਨ ਤੇ ਇਹ EV ਰਾਮਾਸਵਾਮੀ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ। ਠੀਕ ਹੈ, ਇਹਨਾਂ ਨੇ ਜਿਹੜਾ ਅਲੱਗ-ਅਲੱਗ ਘਟਨਾਵਾਂ ਦੇ ਨਾਲ ਪ੍ਰਭਾਵਿਤ ਹੋ ਕੇ ਕਾਂਗਰਸ ਤੋਂ ਆਪਣਾ ਅਸਤੀਫਾ ਦੇ ਦਿੱਤਾ ਅਤੇ ਦ੍ਰਾਵਿਡੀਅਨ ਮੂਵਮੈਂਟ ਵਿੱਚ ਸ਼ਾਮਿਲ ਹੋ ਗਏ। ਨੈਕਸਟ ਹੈ MGR ਰਾਮਚੰਦਰਾ। ਠੀਕ ਹੈ, MG ਰਾਮਚੰਦਰਾ ਹੈ ਜਿਹੜੇ ਇਹ ਵੀ ਇੱਕ ਫਿਲਮ ਇੰਡਸਟਰੀ ਵਿੱਚ ਕੰਮ ਕਰਦੇ ਸੀ, ਜਿਸ ਤੋਂ ਬਾਅਦ ਇਹਨਾਂ ਨੇ ਫਿਲਮ ਇੰਡਸਟਰੀ ਰਾਹੀਂ ਲੋਕਾਂ ਨੂੰ AIADMK
ठीक है। AIADMK ਜਿਹੜੀ ਪਾਰਟੀ ਸੀ ਉਸ ਦੀ ਫਿਲੋਸਫੀ ਨੂੰ, ਇਹ ਵੀ ਜਿਹੜੀ ਪਾਰਟੀ ਇਸੇ ਮੂਵਮੈਂਟ ਦੇ ਅਧੀਨ ਸੀ ਤੇ ਇਸ ਫਿਲੋਸਫੀ ਨੂੰ ਲੋਕਾਂ ਤੱਕ ਪਹੁੰਚਾਇਆ ਤੇ ਜਿਸ ਅਧੀਨ ਲੋਕਾਂ ਨੇ ਇਹਨਾਂ ਦੀ ਵਿਚਾਰਧਾਰਾ ਨੂੰ ਅਪਣਾਇਆ। ਠੀਕ ਹੈ। ਉਸ ਤੋਂ ਬਾਅਦ ਹੈ M ਕਰੁਣਾਨਿਧੀ। M ਕਰੁਣਾਨਿਧੀ ਹੈ ਜਿਹੜੇ, ਇਹਨਾਂ ਨੇ ਵੀ ਜਿਹੜਾ ਇਹ MG ਰਾਵ ਆ, ਇਹਨਾਂ ਦੋਨਾਂ ਨੇ ਮਿਲ ਕੇ ਜਿਹੜਾ ਰਾਮਚੰਦਰਾ ਨੇ ਮਿਲ ਕੇ, ਇਹਨਾਂ ਦੋਨਾਂ ਨੇ ਮਿਲ ਕੇ ਇੱਕ ਪੋਲੀਟਿਕਸ ਵਿੱਚ ਕਈ ਕੰਮ ਕੀਤੇ, ਪਰੰਤੂ ਬਾਅਦ ਵਿੱਚ ਇਹਨਾਂ ਵਿੱਚ ਡਿਬੇਟ ਹੋ ਗਈ ਤੇ ਇਹਨਾਂ ਦੀ ਜਿਹੜੀ ਪਾਰਟੀ ਸੀ ਉਹ 2 ਪਾਰਟਸ 'ਚ ਡਿਵਾਈਡ ਹੋ ਗਈ। ਨੈਕਸਟ ਹੈ ਸਾਡੀ ਜੈ ਲਲਿਤਾ। ਜੈ ਲਲਿਤਾ ਹੈ ਜਿਹੜੀ, ਇਹ ਵੀ ਫਿਲਮ ਇੰਡਸਟਰੀ ਵਿੱਚ ਕਾਫੀ ਫੇਮਸ ਰਹੇ ਹਨ, ਤਾਮਿਲ ਦੀ ਫਿਲਮਾਂ ਵਿੱਚ ਕਾਫੀ ਦੇਖਣ ਨੂੰ ਮਿਲੇ ਨੇ, ਪਰੰਤੂ ਬਾਅਦ ਵਿੱਚ ਕੀ ਹੈ ਇਹਨਾਂ ਨੇ ਆਪਣੀ ਫਿਲਮ ਇੰਡਸਟਰੀ ਨੂੰ ਛੱਡ ਕੇ ਪੋਲੀਟਿਕਸ ਜੁਆਇਨ ਕਰ ਲਈ ਅਤੇ ਜਿਸ ਅਧੀਨ ਕੀ ਹੈ ਡਰਾਵਿਡੀਅਨ ਮੂਵਮੈਂਟ ਨੂੰ ਵੀ ਅੱਗੇ ਵਧਾਉਣ ਵਿੱਚ ਹੈਲਪਫੁਲ ਹੋਏ। ਠੀਕ ਹੈ ਸਟੂਡੈਂਟਸ, ਇਹ ਪੈਰੀਆਰ ਦੀ ਪਿਕਚਰ ਹੈ ਜਿਨ੍ਹਾਂ ਨੇ ਜਿਹੜਾ ਡਰਾਵਿਡੀਅਨ ਮੂਵਮੈਂਟ ਸਟਾਰਟ ਕੀਤਾ। ਠੀਕ ਹੈ। ਡਰਾਵਿਡੀਅਨ ਮੂਵਮੈਂਟ ਜਦੋਂ ਸਟਾਰਟ ਕੀਤਾ ਉਸ ਤੋਂ ਪਹਿਲਾਂ ਪੈਰੀਆਰ ਤੋਂ ਪਹਿਲਾਂ ਇਹ AEV ਰਾਮਾਸਵਾਮੀ ਦੇ ਨਾਮ ਨਾਲ ਜਾਣੇ ਜਾਂਦੇ ਸਨ, ਜਿਸ ਨਾਲ ਕੀ ਹੈ ਜਿਸ ਤੋਂ ਬਾਅਦ ਇਹਨਾਂ ਨੇ ਇਹ ਕਾਂਗਰਸ ਦੇ ਮਦਰਾਸ ਵਿੱਚ ਅਧਿਅਕਸ਼ ਦੇ ਰੂਪ ਵਿੱਚ ਵੀ ਕੰਮ ਕਰਦੇ ਸਨ, ਪਰੰਤੂ ਕਈ ਘਟਨਾਵਾਂ ਤੋਂ ਪ੍ਰਭਾਵਿਤ ਹੋ ਕੇ ਆਪ ਨੇ ਜਿਹੜੀ ਕਾਂਗਰਸ ਦੀ ਅਧਿਅਕਸ਼ਤਾ ਹੈ ਜਿਹੜੀ ਉਹ ਛੱਡ ਦਿੱਤੀ ਅਤੇ ਡਰਾਵਿਡੀਅਨ ਮੂਵਮੈਂਟ ਵਿੱਚ ਸ਼ਾਮਿਲ ਹੋ ਗਏ। ਜਿਸ ਸਮੇਂ ਆਪ ਨੇ ਇਹ ਅੰਦੋਲਨ ਸਟਾਰਟ ਕੀਤਾ ਸੀ ਉਸ ਸਮੇਂ ਆਪ ਨੇ ਇਹ ਅੰਦੋਲਨ ਗੈਰ ਬ੍ਰਾਹਮਣਾਂ ਦੇ ਅਧਿਕਾਰਾਂ ਵਜੋਂ ਆਤਮ ਸਨਮਾਨ ਅੰਦੋਲਨ ਦੇ ਨਾਂ ਨਾਲ ਇਹ ਅੰਦੋਲਨ ਸ਼ੁਰੂ ਕੀਤਾ ਸੀ। ਨੈਕਸਟ ਸਾਡੇ ਪੋਲੀਟਿਕਸ ਵਿੱਚ ਜਿਹੜੇ ਮੈਂਬਰ ਹਨ ਉਹ ਹਨ ਜੈ ਲਲਿਤਾ। ਇਹਨਾਂ ਨੇ ਤਮਿਲ ਦੀਆਂ ਫਿਲਮਾਂ ਵਿੱਚ ਵੀ ਰਹਿ ਕੇ ਕਈ ਕੰਮ ਕੀਤੇ। ਠੀਕ ਹੈ। ਫਿਲਮ ਇੰਡਸਟਰੀ ਵਿੱਚ ਰਹਿ ਕੇ ਕਈ ਫਿਲਮਾਂ ਬਣਾਈਆਂ, ਪਰੰਤੂ ਬਾਅਦ ਵਿੱਚ ਜਦੋਂ MGR ਰਾਮਚੰਦਰਾ ਦੁਆਰਾ ਜਦੋਂ ਇਹਨਾਂ ਨੂੰ ਪੋਲੀਟਿਕਸ ਜੁਆਇਨ ਕਰਵਾਈ ਗਈ ਤਾਂ ਇਹਨਾਂ ਨੇ ਆਪਣੀ ਫਿਲਮ ਇੰਡਸਟਰੀ ਦੇ ਕਰੀਅਰ ਨੂੰ ਛੱਡ ਕੇ ਪੋਲੀਟਿਕਸ ਜੁਆਇਨ ਕਰਨੀ ਜ਼ਿਆਦਾ ਬੈਟਰ ਸਮਝੀ, ਜਿਸ ਤੋਂ ਬਾਅਦ MGR ਰਾਮਾਸਵਾਮੀ ਦੀ ਡੈਥ ਤੋਂ ਬਾਅਦ ਆਪ ਨੇ ਪੋਲੀਟਿਕਸ ਵਿੱਚ ਰਹਿ ਕੇ ਕਾਫੀ ਸਾਲ ਤੱਕ ਜਿਹੜਾ CM ਦੀ ਉਪਾਧੀ ਤੇ ਰਹੇ। ਅਰੁਣਾਦਯ ਦਾ 1969 ਵਿੱਚ ਅਰੁਣੋਦਯ ਡੈਥ ਕਰੁਣਾਨਿਧੀ ਨੇ AIADMK ਪਾਰਟੀ ਦੀ ਸਥਾਪਨਾ ਕੀਤੀ, ਜਿਸ ਅਧੀਨ MGR ਨੇ ਵੀ ਕਰੁਣਾਨਿਧੀ ਨਾਲ ਮਿਲ ਕੇ ਕਈ ਤਰ੍ਹਾਂ ਦੇ ਪੋਲੀਟਿਕਸ ਦੇ ਕੰਮ ਕੀਤੇ ਅਤੇ ਆਪਣੀ ਫਿਲਮਾਂ ਅਤੇ ਪੁਸਤਕਾਂ ਰਾਹੀਂ AIADMK ਪਾਰਟੀ ਦੀ ਫਿਲਾਸਫੀ ਨੂੰ ਲੋਕਾਂ ਤੱਕ ਪਹੁੰਚਾਇਆ ਅਤੇ ਇਹਨਾਂ ਦੀ ਫਿਲਾਸਫੀ ਨਾਲ ਲੋਕ ਹੈ ਜਿਹੜੇ ਕਾਫੀ ਪ੍ਰਭਾਵਿਤ ਹੋਏ, ਜਿਸ ਅਧੀਨ ਪਰੰਤੂ ਬਾਅਦ ਵਿੱਚ ਕਾਫੀ ਸਮੇਂ ਤੱਕ ਕੰਮ ਕਰਨ ਮਗਰੋਂ MGR ਅਤੇ ਕਰੁਣਾਨਿਧੀ ਵਿੱਚ ਕੀ ਹੈ ਡਿਬੇਟ ਹੋ ਜਾਂਦੀ ਹੈ ਅਤੇ MGR ਕਰੁਣਾਨਿਧੀ ਤੇ ਭ੍ਰਿਸ਼ਟ ਹੋਣ ਦਾ ਆਰੋਪ ਲਗਾਉਂਦੇ ਹਨ। ਇੱਥੋਂ ਹੀ AIADMK ਪਾਰਟੀ ਦੀ ਨਵੀਂ ਨੀਂਹ ਰੱਖੀ ਜਾਂਦੀ ਹੈ। ਜਦੋਂ MGR ਅਤੇ ਕਰੁਣਾਨਿਧੀ ਵਿਚਕਾਰ ਡਿਬੇਟ ਹੋ ਜਾਂਦਾ ਹੈ ਤਾਂ ਇੱਥੋਂ ਹੀ AIADMK ਪਾਰਟੀ ਦੀ ਨਵੀਂ ਨੀਂਹ ਰੱਖੀ ਜਾਂਦੀ ਹੈ। MGR ਦੀ ਲੋਕਪ੍ਰਿਯਤਾ ਇੰਨੀ ਵਧੀ ਕਿ ਜਿਸ ਅਧੀਨ 13 ਸਾਲ ਤੱਕ ਕਰੁਣਾਨਿਧੀ ਜਿਹੜੇ CM ਨਹੀਂ ਬਣ ਸਕੇ। ਦੂਸਰੀ ਤਰਫ MGR ਨੇ ਵੀ ਉਸ ਸਮੇਂ ਦੀ ਅਭਿਨੇਤਾ ਜੈ ਲਲਿਤਾ ਨੂੰ ਪੋਲੀਟਿਕਸ ਵਿੱਚ ਲੈ ਲਿਆ ਅਤੇ 1988 ਵਿੱਚ MGR ਦੀ ਪਾਰਟੀ ਦੀ ਡਿਵਾਈਡੇਸ਼ਨ ਹੋ ਗਈ। ਭਾਰਤ ਦੇ ਰਾਜਨੀਤਿਕ ਵਿਕਾਸ ਵਿੱਚ ਵਿਭਿੰਨ ਪਹਿਲੂਆਂ ਤੇ ਨਜ਼ਰ ਮਾਰਨ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਰਾਜ ਜੀਵਨ ਵਿੱਚੋਂ ਸਿਰਫ ਸੰਪਰਦਾਇਕ ਜਾਤੀਵਾਦ ਦੀ ਜੜਤਾ ਮਜ਼ਬੂਤ ਹੋਈ ਹੈ। ਭਾਵ ਕਿ ਜਿੰਨੇ ਵੀ ਇਤਿਹਾਸ ਰਹੇ ਹਨ ਸਭੀ ਵਿੱਚ ਕੀ ਹੈ ਜਾਤੀਵਾਦ ਇੱਕ ਸਪਸ਼ਟ ਰੂਪ ਵਿੱਚ ਦੇਖਣ ਨੂੰ ਮਿਲਦੀ ਹੈ। ਚੇਨਈ ਇਸ ਦਾ ਅਪਵਾਦ ਨਹੀਂ ਹੈ। ਸੰਵਿਧਾਨਿਕ ਵਿਕਾਸ ਨੇ ਚੇਨਈ ਵਿੱਚ ਵਿਭਿੰਨ ਜਾਤੀਆਂ ਦੇ ਰਾਜਨੀਤਿਕ ਮੇਲ ਨੂੰ ਕੇਵਲ ਆਪਣੇ ਫਾਇਦੇ ਦੇ ਲਈ ਯੂਜ਼ ਕੀਤਾ।
गैर ब्राह्मण जातियां दे समूह हालांकि कई ਧਾਰਨਾਵਾਂ ਵਿੱਚ ਸੀ। ਇੱਕ ਉਪੇक्षित ਸਮੁਦਾਇ ਹੈ। ਘੱਟ ਗਿਣਤੀ ਬ੍ਰਾਹਮਣਾਂ ਨੇ ਜਿਹੜੇ ਬ੍ਰਾਹਮਣਾਂ ਨੂੰ ਕੇਵਲ ਆਪਣੇ ਆਪ ਉੱਤੇ ਨਿਰਭਰ ਰਹਿਣ ਲਈ ਪ੍ਰੋਤਸਾਹਿਤ ਕੀਤਾ ਕਿ ਜਿਹੜੇ ਬ੍ਰਾਹਮਣ ਸੀ ਉਹਨਾਂ ਨੇ ਸ਼ੁਰੂ ਤੋਂ ਹੀ ਉਹਨਾਂ ਦਾ ਸ਼ੋਸ਼ਣ ਕੀਤਾ, ਉਹਨਾਂ ਨੂੰ ਆਪਣੇ ਤੇ ਡਿਪੈਂਡ ਰੱਖਿਆ ਅਤੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ, ਬਲਕਿ ਉਹ ਫ੍ਰੀ ਵਿੱਚ ਖਾਣ ਦੇ ਆਦੀ ਹੋ ਗਏ ਸੀ। ਪਰੰਤੂ ਜਿਹੜੇ ਗੈਰ ਬ੍ਰਾਹਮਣ ਵਿਅਕਤੀ ਸੀ ਉਹਨਾਂ ਦਾ ਸ਼ੋਸ਼ਣ ਕਰਕੇ ਉਹ ਆਪਣਾ ਪੇਟ ਪਾਲ ਰਹੇ ਸਨ। ਸਰਕਾਰਨ ਨਾਇਰ, ਸਰ ਪੀ ਥਰਗਿਆਪਾ ਚੈਟੀ ਐਂਡ ਟੀ ਐਨ ਨਾਇਰ ਨੇ ਗੈਰ ਬ੍ਰਾਹਮਣ ਅੰਦੋਲਨ ਦਾ ਮਦਰਾਸ ਵਿੱਚ ਅਗਵਾਈ ਕੀਤੀ ਅਤੇ 1916 ਵਿੱਚ ਜਸਟਿਸ ਪਾਰਟੀ ਦੀ ਸਥਾਪਨਾ ਹੋਈ। ਠੀਕ ਹੈ, 1916 ਵਿੱਚ ਕੀ ਹੈ, ਜਸਟਿਸ ਪਾਰਟੀ ਦੀ ਸਥਾਪਨਾ ਹੋਈ। ਜਸਟਿਸ ਪਾਰਟੀ ਨੂੰ ਅਸੀਂ ਇਸ ਤਰ੍ਹਾਂ ਵੀ ਯਾਦ ਰੱਖ ਸਕਦੇ ਹਾਂ, ਜਸਟਿਸ ਪਾਰਟੀ ਕੀ ਸੀਗੀ, ਜਿਹੜੀ ਕਿ ਗੈਰ ਬ੍ਰਾਹਮਣਾਂ ਨੂੰ ਬ੍ਰਾਹਮਣਾਂ ਦੇ ਨਾਲ ਉਹਨਾਂ ਨੂੰ ਇਕੁਅਲ ਜਸਟਿਸ ਪ੍ਰਾਪਤ ਕਰਨ ਲਈ ਬਣਾਈ ਗਈ ਸੀ। ਓਕੇ, ਤਾਂ ਜਸਟਿਸ ਪਾਰਟੀ ਦਾ ਕੰਮ ਬ੍ਰਾਹਮਣ ਸਰਕਾਰ ਦੀ ਸਥਾਪਨਾ ਦਾ ਵਿਰੋਧ ਕਰਨਾ ਸੀ, ਕਿਉਂਕਿ ਗੈਰ ਬ੍ਰਾਹਮਣਾਂ ਨੂੰ ਡਰ ਸੀ ਕਿ ਜੇਕਰ ਉਹਨਾਂ ਦੀ ਜੇਕਰ ਸਵੈ ਸਰਕਾਰ ਦਾ ਅਰਥ ਉਹਨਾਂ ਲਈ ਕੀ ਸੀ, ਬ੍ਰਾਹਮਣ ਸਰਕਾਰ ਸੀ। ਉਹਨਾਂ ਨੇ ਉਸ ਦਾ INC ਦੇ ਪ੍ਰਤੀ ਰਵੱਈਆ ਨਿਰਧਾਰਿਤ ਕੀਤਾ, ਜੋ ਇਸ ਦੇ ਹਿਸਾਬ ਤੋਂ ਮੁੱਖ ਇੱਕ ਬ੍ਰਾਹਮਣ ਸੰਸਥਾ ਸੀ। ਜਸਟਿਸ ਪਾਰਟੀ ਦਾ ਬ੍ਰਾਹਮਣ ਅਤੇ ਕਾਂਗਰਸ ਵਿਰੋਧੀ ਰਵੱਈਆ ਬ੍ਰਿਟਿਸ਼ ਸਾਮਰਾਜ ਦੇ ਪ੍ਰਤੀ ਪ੍ਰਾਥਮਿਕਤਾ ਵਿੱਚ ਬਦਲ ਗਿਆ। ਇਸ ਦੇ ਮੈਂਬਰਾਂ ਨੇ ਵਿਦੇਸ਼ੀਆਂ ਦੀ ਜਸਟਿਸ ਪ੍ਰਣਾਲੀ ਉੱਤੇ ਭਰੋਸਾ ਕਰਦੇ ਹੋਏ ਇਸ ਦੇ ਸ਼ਾਸਨ ਨੂੰ ਪ੍ਰੋਤਸਾਹਿਤ ਕੀਤਾ। ਗੈਰ ਬ੍ਰਾਹਮਣ ਅੰਦੋਲਨ ਦਾ ਸਕਾਰਾਤਮਕ ਪਹਿਲੂ ਉਹਨਾਂ ਨੇ ਬ੍ਰਾਹਮਣ ਸਮਾਜ ਦੇ ਪ੍ਰਭੂਸੱਤਵ ਨੂੰ ਘੱਟ ਕਰਨ ਲਈ ਕੀਤਾ ਸੀ ਅਤੇ ਰਾਜਨੀਤਿਕ ਸ਼ਕਤੀ ਹਾਸਿਲ ਕਰਨਾ ਸੀ। ਇਸ ਤਰ੍ਹਾਂ ਤਕਨੀਕੀ ਵਿਵਸਾਏ ਅਤੇ ਸੰਸਥਾਵਾਂ ਵਿੱਚ ਬ੍ਰਾਹਮਣਾਂ ਦੇ ਪ੍ਰਭੁਤਵ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਬ੍ਰਾਹਮਣ ਜ਼ਿਆਦਾਤਰ ਮੱਧ ਵਰਗੀ ਲੋਕ ਸਨ। ਉਹ ਆਪਣੀ ਜੀਵਿਕਾ ਦੇ ਲਈ ਐਜੂਕੇਸ਼ਨ ਤੇ ਡਿਪੈਂਡ ਰਹਿੰਦੇ ਸਨ। ਠੀਕ ਹੈ, ਇਸ ਤਰ੍ਹਾਂ ਜਦੋਂ ਉਹ ਆਪਣੀ ਕੰਮ ਜਿਹੜਾ ਉਹ ਵਿਵਸਾਇਕ ਤਕਨੀਕੀ ਸੰਸਥਾਵਾਂ ਵਿੱਚ ਬ੍ਰਾਹਮਣਾਂ ਦੇ ਪ੍ਰਭੁਤਵ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਐਜੂਕੇਸ਼ਨ ਰਾਹੀਂ ਜਿਹੜੀ ਆਪਣੀ ਰੋਜ਼ਗਾਰ ਜਿਹੜਾ ਜੀਵਨ ਨਿਰਵਾਹ ਕਰਦੇ ਹੁੰਦੇ ਸਨ। ਜਸਟਿਸ ਪਾਰਟੀ ਦੀ ਤਰ੍ਹਾਂ ਹੁਣ ਜਦੋਂ ਮੁਸਲਿਮ ਲੋਕਾਂ ਦੀ ਤਰ੍ਹਾਂ ਗੈਰ ਬ੍ਰਾਹਮਣਾਂ ਦੇ ਲਈ ਵੀ ਅਲੱਗ ਨਿਰਵਾਚਨ ਲਈ ਮੰਗ ਕੀਤੀ ਗਈ। ਅੰਤ ਵਿੱਚ ਇਸ ਨੂੰ ਪ੍ਰਾਪਤ ਕੀਤਾ ਗਿਆ ਅਤੇ 1919 ਦੀ ਭਾਰਤੀ ਸਰਕਾਰ ਦੇ ਐਕਟ ਦੇ ਅਨੁਸਾਰ ਗੈਰ ਬ੍ਰਾਹਮਣ ਦੇ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕੌਂਸਿਲ ਵਿੱਚ ਇੱਕ ਰਾਖਵਾਂਕਨ ਕੀਤਾ ਗਿਆ, ਜਿਸ ਅਧੀਨ ਹਾਲਾਂਕਿ 1937 ਦੇ ਬਾਅਦ ਜਸਟਿਸ ਪਾਰਟੀ ਨੇ ਸੌੜੀ ਰਾਜਨੀਤੀ ਵਿੱਚ ਭਾਗ ਨਹੀਂ ਲਿਆ, ਪਰ DK ਅਤੇ DMK ਦੇ ਉਹਦੇ ਅਤੇ ਉਹਨਾਂ ਦੀਆਂ ਨੀਤੀਆਂ ਦਾ ਹੀ ਇੱਕ ਨਤੀਜਾ ਸੀ। ਜਸਟਿਸ ਪਾਰਟੀ ਦੇ ਅਨੁਯਾਈ ਰਾਜਨੀਤਿਕ ਤੌਰ ਤੇ ਬ੍ਰਾਹਮਣ ਵਿਰੋਧੀ ਸਨ, ਲੇਕਿਨ ਮਜ਼ੇ ਦੀ ਗੱਲ ਤਾਂ ਇਹ ਹੈ ਕਿ ਇਹ ਆਪਣੀ ਸਾਰੀ ਧਾਰਮਿਕ ਕਿਰਿਆਵਾਂ ਲਈ ਅੱਜ ਵੀ ਉਹਨਾਂ ਤੇ ਨਿਰਭਰ ਕਰਦੇ ਹਨ। ਭਾਵ ਕਿ ਜਦੋਂ ਜਸਟਿਸ ਪਾਰਟੀ ਦੀ ਸਥਾਪਨਾ ਹੋਈ ਤਾਂ ਇਹਨਾਂ ਨੇ ਗੈਰ ਬ੍ਰਾਹਮਣਾਂ ਦੇ ਲਈ ਨਿਰਵਾਚਨ ਦੀ ਮੰਗ ਕੀਤੀ, ਜਿਵੇਂ ਕਿ ਰਿਜ਼ਰਵੇਸ਼ਨ ਦੀ ਮੰਗ ਕੀਤੀ। ਠੀਕ ਹੈ, ਅਤੇ ਜਲਦੀ ਹੀ ਰਿਜ਼ਰਵੇਸ਼ਨ ਪ੍ਰਾਪਤ ਕਰ ਵੀ ਲਿਆ। ਪਰ ਜਦੋਂ 1919 ਵਿੱਚ ਭਾਰਤੀ ਸਰਕਾਰ ਦੇ ਐਕਟ ਅਨੁਸਾਰ ਗੈਰ ਬ੍ਰਾਹਮਣਾਂ ਦੇ ਰਾਖਵਾਂਕਰਨ ਲਈ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕੌਂਸਿਲ ਦੀ ਸਥਾਪਨਾ ਕੀਤੀ ਤਾਂ ਕੀ ਹੈ ਇਸ ਅਧੀਨ ਜਿਹੜਾ ਰਾਖਵਾਂਕਰਨ ਕੀਤਾ ਗਿਆ। ਹਾਲਾਂਕਿ 1937 ਦੇ ਬਾਅਦ ਜਸਟਿਸ ਪਾਰਟੀ ਨੇ ਕੀ ਹੈ ਜਿਹੜੀ ਛੋਟੀ ਰਾਜਨੀਤੀ ਵਿੱਚ ਪੋਲਿਟਿਕਸ ਵਿੱਚ ਭਾਗ ਲੈਣਾ ਬੰਦ ਕਰ ਦਿੱਤਾ ਅਤੇ DK ਅਤੇ DMK ਦੇ ਉਹਦੇ ਅਤੇ ਉਹਨਾਂ ਦੀਆਂ ਨੀਤੀਆਂ ਦਾ ਹੀ ਨਤੀਜਾ ਸੀ। ਜਸਟਿਸ ਪਾਰਟੀ ਦੇ ਅਨੁਯਾਈ ਭਾਰਤੀ ਤੌਰ ਤੇ ਬ੍ਰਾਹਮਣਾਂ ਦੇ
ਵਿਰੋਧੀ ਸਨ। ਲੇਕਿਨ ਪਰੰਤੂ ਮਜ਼ੇ ਦੀ ਗੱਲ ਇਹ ਹੈ ਕਿ ਅੱਜ ਵੀ ਜਿਹੜੇ ਕਈ ਕੰਮ ਜਿਹੜੇ ਸੋਸ਼ਲੀ ਕੰਮ ਕੀਤੇ ਜਾਂਦੇ ਹਨ ਜਾਂ ਧਾਰਮਿਕ ਕੰਮ ਕੀਤੇ ਜਾਂਦੇ ਹਨ, ਉਹਨਾਂ ਨੂੰ ਕਰਵਾਉਣ ਲਈ ਅੱਜ ਵੀ ਗੈਰ ਬ੍ਰਾਹਮਣਵਾਦੀ ਜਿਹੜੇ ਜਸਟਿਸ ਪਾਰਟੀ ਦੇ ਮੈਂਬਰ ਸੀਗੇ ਜਾਂ ਫਿਰ ਦ੍ਰਾਵਿੜ ਅੰਦੋਲਨ ਦੇ ਜਿਹੜੇ ਮੈਂਬਰ ਸੀ, ਉਹ ਅੱਜ ਜਿਹੜੇ ਬ੍ਰਾਹਮਣਵਾਦੀ ਸੋਚ ਤੇ ਨਿਰਭਰ ਕਰਦੇ ਹਨ। ਡਰਾਵਿਡੀਅਨ ਅੰਦੋਲਨ, ਜੋ ਕਿ ਸਪਸ਼ਟ ਤੌਰ ਤੇ ਗੈਰ ਬ੍ਰਾਹਮਣ ਹੈ, ਵਾਸਤਵ ਵਿੱਚ ਇਹ ਇਤਿਹਾਸਿਕ ਦ੍ਰਾਵਿਡੀਅਨ ਆਯਾਮ ਵਿਵਾਦ ਦਾ ਹਿੱਸਾ ਹੈ। ਡਰਾਵਿਡੀਅਨ ਅੰਦੋਲਨ ਈਵੀ ਰਾਮਾਸਵਾਮੀ ਨਾਇਰ ਜੋ ਸੀਗੇ, ਜਿਨ੍ਹਾਂ ਨੇ ਇਸ ਦੀ ਸ਼ੁਰੂਆਤ ਕੀਤੀ ਸੀ, ਦੇ ਪੈਰੀਆਰ ਜਾਂ ਮਹਾਤਮਾ ਦੇ ਨਾਮ ਨਾਲ ਜਾਣੇ ਜਾਂਦੇ ਸੀ, ਦੁਆਰਾ CN ਅਰੁਣਾਦਈ ਇਸ ਦੇ ਪ੍ਰਮੁੱਖ ਕਾਰਜਕਰਤਾ ਸਨ ਅਤੇ ਜਸਟਿਸ ਪਾਰਟੀ ਨੇ ਗੈਰ ਬ੍ਰਾਹਮਣ ਸਮੁਦਾਇ ਦੀ ਭਾਵਨਾਵਾਂ ਨੂੰ ਨਿਸ਼ਾਨਾ ਬਣਾਇਆ ਸੀ। ਠੀਕ ਹੈ, ਹੌਲੀ ਹੌਲੀ ਕੀ ਹੋਇਆ ਕਿ ਜਦੋਂ ਜਸਟਿਸ ਪਾਰਟੀ ਵਿੱਚ ਕੀ ਹੈ ਈਵੀ ਰਾਮਾਸਵਾਮੀ ਨੇ ਜਿਹੜੇ ਪੈਰੀਆਰ ਦੇ ਨਾਮ ਨਾਲ ਜਾਣੇ ਜਾਂਦੇ ਸੀ ਅਤੇ CN ਅਰੁਣਾਦਈ ਜਿਹੜੇ ਇਸ ਦੇ ਕਾਰਜਕਰਤਾ ਦੇ ਵੱਲੋਂ ਜਾਣੇ ਜਾਂਦੇ ਸੀ, ਗੈਰ ਬ੍ਰਾਹਮਣ ਸਮੁਦਾਇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣੇ ਲਗਾਏ। ਠੀਕ ਹੈ, ਉੱਥੇ DK ਅਤੇ DMK ਨੇ ਸਮਾਜ ਵਰਗ ਨੂੰ ਨਿਸ਼ਾਨਾ ਬਣਾਇਆ ਅਤੇ ਉਹਨਾਂ ਨੇ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਬਚਾਉਣ ਅਤੇ ਉੱਤਰ ਨੂੰ ਕਥਿਤ ਆਯਾਤ ਦੇ ਸਾਮਰਾਜ ਤੋਂ ਬਚਾਉਣ ਲਈ ਹਿੰਦੀ ਭਾਸ਼ਾ ਦੇ ਪ੍ਰਸਾਰ ਅਤੇ ਦੱਖਣ ਅਤੇ ਤਾਮਿਲ ਭਾਸ਼ਾ ਨੂੰ ਬਚਾਉਣ ਲਈ ਕਈ ਯਤਨ ਕੀਤੇ। ਠੀਕ ਹੈ, ਜਿਵੇਂ ਕਿ ਮੁਰਦਿਆਂ ਨੂੰ ਦਫਨਾਇਆ ਜਾਂਦਾ ਸੀ, ਜਿੰਨੇ ਵੀ CM ਹੋਏ ਨੇ ਉਹਨਾਂ ਨੂੰ ਦਫਨਾਇਆ ਗਿਆ, ਨਾ ਕਿ ਜਲਾਇਆ ਗਿਆ। ਓਕੇ, ਸੋ ਗੋਪਾਲ ਚਰਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੁਆਰਾ ਹਿੰਦੀ ਭਾਸ਼ਾ ਨੂੰ 1938 ਵਿੱਚ ਸਕੂਲਾਂ ਵਿੱਚ ਜ਼ਰੂਰੀ ਵਿਸ਼ੇ ਬਣਾਉਣ ਲਈ ਪੈਰੀਆਰ ਨੇ ਅਰੁਣਾਦਈ ਦੀ ਅਗਵਾਈ ਕੀਤੀ। ਅਗਵਾਈ ਵਿੱਚ ਹਿੰਦੂ ਵਿਰੋਧੀ ਅੰਦੋਲਨ ਸ਼ੁਰੂਆਤ ਕੀਤਾ ਅਤੇ ਉਹਨਾਂ ਨੇ INC ਦੀ ਨੀਤੀ ਦਾ ਅਨੁਸਰਨ ਕੀਤਾ। ਦ੍ਰਾਵਿਡੀਅਨ ਅੰਦੋਲਨ ਦੀ ਸ਼ੁਰੂਆਤ 1944 ਵਿੱਚ ਉਹਨਾਂ ਦੇ ਔਪਚਾਰਿਕ ਉਦਘਾਟਨ ਤੋਂ ਪਹਿਲਾਂ ਹੀ ਕੀਤੀ ਗਈ ਸੀ। ਹੋ ਗਿਆ ਉਹ ਮਹੱਤਵਪੂਰਨ ਜੋ ਬ੍ਰਾਹਮਣ ਅਤੇ ਗੈਰ ਬ੍ਰਾਹਮਣ ਜਾਤੀਆਂ ਵਿੱਚ ਸਰਕਾਰੀ ਨੌਕਰੀਆਂ ਲਈ ਸ਼ੁਰੂ ਹੋਇਆ ਸੀ, ਹੁਣ ਬ੍ਰਾਹਮਣ ਅਤੇ ਦ੍ਰਾਵਿੜ ਦੇ ਵਿਚਕਾਰ ਇੱਕ ਵੱਡੇ ਵਿਵਾਦ ਦਾ ਰੂਪ ਲੈ ਚੁੱਕਿਆ ਸੀ। ਭਾਵ ਕਿ ਜਦੋਂ ਇਹ ਛੋਟੇ ਮਤਭੇਦਾਂ ਰਾਹੀਂ ਜਦੋਂ ਇਹ ਸਰਕਾਰੀ ਨੌਕਰੀਆਂ ਲਈ ਜਾਂ ਸਮਾਨ ਇਕੁਅਲ ਰਾਈਟਸ ਨਾ ਮਿਲਣ ਕਾਰਨ ਇਹ ਵਿਵਾਦ ਸ਼ੁਰੂ ਹੋਇਆ ਸੀ, ਅੱਜ ਇਹ ਬ੍ਰਾਹਮਣ ਅਤੇ ਦ੍ਰਾਵਿੜ ਲੋਕਾਂ ਦੇ ਵਿਚਕਾਰ ਇੱਕ ਵੱਡੇ ਵਿਵਾਦ ਦਾ ਰੂਪ ਲੈ ਚੁੱਕਿਆ ਹੈ। ਗੈਰ ਬ੍ਰਾਹਮਣ ਤਾਮਿਲ ਇੱਕ ਅਲੱਗ ਸਮੁਦਾਇ ਹੈ ਜਿਨ੍ਹਾਂ ਨੇ ਆਪਣੀ ਭਾਸ਼ਾ ਅਤੇ ਸਾਹਿਤ ਅਤੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੈ। ਬ੍ਰਾਹਮਣ ਜਾਤੀ ਦੇ ਤੌਰ ਤੇ ਗੈਰ ਬ੍ਰਾਹਮਣ ਤੋਂ ਭਿੰਨ ਹੈ ਕਿਉਂਕਿ ਉਹ ਡੈਸ਼ ਦੇ ਵੰਸ਼ਜ ਹੈ। ਠੀਕ ਹੈ, ਉਹ ਬ੍ਰਾਹਮਣਾਂ ਦੇ ਵੰਸ਼ਜ ਹਨ। ਇਹ ਮੰਨਿਆ ਜਾਂਦਾ ਹੈ ਕਿ ਤਾਮਿਲ ਜੀਵਨ ਨੂੰ ਵਾਸਤਵਿਕਤਾ, ਦ੍ਰਾਵਿੜ ਚਰਿੱਤਰ ਅਤੇ ਉਸ ਸਮੇਂ ਖੋ ਗਏ ਜਦੋਂ ਉਹਨਾਂ ਨੇ ਭਾਰਤ ਉੱਤੇ ਜਿੱਤ ਪ੍ਰਾਪਤ ਕੀਤੀ। ਕਿ ਤਾਮਿਲ ਲੋਕਾਂ ਨੂੰ ਉਹਨਾਂ ਦੀ ਵਾਸਤਵਿਕਤਾ ਜਾਂ ਉਹਨਾਂ ਦਾ ਜੋ ਵੀ ਕਰੈਕਟਰ ਜਾਂ ਉਹਨਾਂ ਦੇ ਜੋ ਵੀ ਸ਼ੂਰਵੀਰਾਂ ਨੇ ਆਜ਼ਾਦੀ ਦਿਲਾਈ ਤਾਂ ਆਜ਼ਾਦੀ ਮਿਲਣ ਤੋਂ ਬਾਅਦ ਹਿੰਦੂ ਧਰਮ ਨੇ ਉਹਨਾਂ ਦੀ ਜਿਹੜੀ ਆਪਣੀ ਜਿਹੜੀ ਫੀਲਿੰਗ ਸੀ ਜਾਂ ਪਰੰਪਰਾਵਾਂ ਸੀ, ਰੀਤੀ ਰਿਵਾਜਾਂ ਸੀ, ਉਹਨਾਂ ਨੂੰ ਉਹਨਾਂ ਤੇ ਥੋਪਿਆ। ਠੀਕ ਹੈ, ਇਸ ਪ੍ਰਕਾਰ ਇਹ ਸਾਹਮਣੇ ਆਇਆ ਕਿ ਇੱਕ ਦੋ ਜਾਤੀਵਾਦੀ ਸਿਧਾਂਤ ਜਿਹੜਾ ਉਹ ਬਣ ਗਿਆ। ਇਹ ਸਿਧਾਂਤ ਦ੍ਰਾਵਿੜ ਅਤੇ ਗੈਰ ਬ੍ਰਾਹਮਣ ਅਤੇ ਸੰਸਕ੍ਰਿਤੀਆਂ ਦੇ ਅੰਤਰ ਨੂੰ ਪ੍ਰਗਟ ਕਰਦਾ ਹੈ। ਬ੍ਰਾਹਮਣਾਂ ਦੀ ਪ੍ਰਧਾਨਤਾ ਦਾ ਇਸ ਲਈ ਵਿਰੋਧ ਹੋਇਆ ਕਿਉਂਕਿ ਇਹ ਗੈਰ ਬ੍ਰਾਹਮਣਾਂ ਦੇ ਸਮਾਜ ਵਿੱਚ ਨਿਚਲੇ ਦਰਜੇ ਤੇ ਲੈ ਆਉਂਦੀ ਹੈ। ਬ੍ਰਾਹਮਣਾਂ ਦੀ ਭਾਸ਼ਾ ਸੰਸਕ੍ਰਿਤ ਨੂੰ ਸ਼੍ਰੇਸ਼ਟ ਮੰਨਿਆ ਜਾਂਦਾ ਸੀ ਅਤੇ ਗੈਰ ਬ੍ਰਾਹਮਣਾਂ ਜਾਂ ਤਾਮਿਲਾਂ ਨੇ ਆਪਣੀ ਆਜ਼ਾਦੀ ਦੇ ਲਈ ਹਿੰਦੂ ਅਤੇ ਹਿੰਦੂ ਸਮਾਜਿਕ ਢਾਂਚੇ ਜੋ ਕਿ ਦ੍ਰਾਵਿੜ ਸਮਾਜ ਵਿੱਚ ਵਿਦੇਸ਼ੀ ਮੰਨੀ ਜਾਂਦੀ ਸੀ ਨੂੰ ਤਿਆਗਣ ਉੱਤੇ ਜ਼ੋਰ ਦਿੱਤਾ ਸੀ। ਹਿੰਦੂ ਵਿਰੋਧੀ ਨੀਤੀ ਦੀ ਘੋਸ਼ਣਾ ਜਾਇਜ਼ ਸੀ। ਕਿਤਾਬਾਂ ਨੂੰ ਜਲਾਉਣਾ
ਮੂਰਤੀਆਂ ਨੂੰ ਤੋੜਨਾ, ਹਿੰਦੂ ਮਿਥਿਹਾਸਿਕ ਚਰਿੱਤਰਾਂ ਨੂੰ ਸਰਵਜਨਕ ਅਪਮਾਨ ਅਤੇ ਹਿੰਦੂਤਵ ਦਾ ਵਿਰੋਧ ਕਰਨਾ ਇਹਨਾਂ ਦੀ ਹੀ ਕੁਝ ਉਦਾਹਰਨਾਂ ਸੀ। ਭਾਵ ਕਿ ਜਦੋਂ ਉਹਨਾਂ ਦੀ ਲੈਂਗੁਏਜ ਨੂੰ, ਉਹਨਾਂ ਦੇ ਕਲਚਰ ਨੂੰ ਇਸ ਪ੍ਰਕਾਰ ਜਦੋਂ ਕੋਈ ਇੰਪੋਰਟੈਂਸ ਨਹੀਂ ਦਿੱਤੀ ਗਈ ਜਾਂ ਇਕੁਅਲ ਰਾਈਟਸ ਨਹੀਂ ਦਿੱਤੇ ਗਏ ਜਾਂ ਫਿਰ ਉਹ ਸਨਮਾਨ ਪ੍ਰਾਪਤ ਨਹੀਂ ਹੋਇਆ, ਤਾਂ ਇਹ ਅੰਦੋਲਨ ਹੈ ਜਿਹੜਾ ਸ਼ੁਰੂ ਹੋਇਆ, ਜਿਸ ਦਿਨ ਉਹਨਾਂ ਨੇ ਇਹ ਹਿੰਦੂ ਵਿਰੋਧੀ ਨੀਤੀ ਦੀ ਘੋਸ਼ਣਾ ਕੀਤੀ, ਜਿਸ ਵਿੱਚ ਉਹਨਾਂ ਦੇ ਗ੍ਰੰਥਾਂ ਨੂੰ ਜਲਾਇਆ ਗਿਆ, ਮੂਰਤੀਆਂ ਨੂੰ ਤੋੜਿਆ ਗਿਆ ਅਤੇ ਮਿਥਿਹਾਸਿਕ ਸਥਾਨਾਂ ਨੂੰ ਨੁਕਸਾਨ ਵੀ ਪਹੁੰਚਾਇਆ ਗਿਆ। ਤੇ ਇਹ ਸਾਰੇ ਹਿੰਦੂ ਵਿਰੋਧੀ ਹੀ ਕੰਮ ਸੀ, ਜੋ ਕਿ ਇਸ ਅੰਦੋਲਨ ਦੀਆਂ ਕੁਝ ਉਦਾਹਰਨਾਂ ਸਨ। ਇਸ ਅੰਦੋਲਨ ਦਾ ਰਾਜਨੀਤਿਕ ਮੰਤਵ ਦ੍ਰਾਵਿੜ ਨਾਥ ਦੀ ਸਥਾਪਨਾ ਕਰਨਾ ਸੀ, ਇੱਕ ਅਜਿਹਾ ਪ੍ਰਭੂਸੱਤਾ ਸੰਪੰਨ ਰਾਜ ਜੋ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਈ ਖੇਤਰਾਂ ਨੂੰ ਮਿਲਾ ਕੇ ਬਣੇ ਸਨ। ਦ੍ਰਾਵਿੜ ਨਾਥ ਦੀ ਮੰਗ ਇਹ ਵਿਖਾਉਂਦੀ ਹੈ ਕਿ ਅਲਗਾਵਵਾਦੀ ਅਤੇ ਜਾਤੀ ਵਿਚਾਰਾਂ ਦੇ ਲੋਕ ਕਿਸ ਹੋਂਦ ਤੱਕ ਜਾ ਸਕਦੇ ਹਨ। ਦ੍ਰਾਵਿੜ ਅਲਗਾਵਵਾਦੀ ਨੇਤਾ ਜਿਹੜੇ ਉਹ ਸੈਂਟਰਲ ਤੇ ਇਸ ਗੱਲ ਦਾ ਜਿਹੜਾ ਉਹ ਆਰੋਪ ਲਗਾਉਂਦੇ ਹਨ ਕਿ ਜਿਹੜੀ ਸੈਂਟਰਲ ਹੈ ਉਹ ਉੱਤਰ ਵਾਸੀਆਂ ਦੇ ਨਿਯੰਤਰਣ ਵਿੱਚ ਹੈ। ਠੀਕ ਹੈ, ਹਮੇਸ਼ਾ ਦੱਖਣ ਦੇ ਲਈ ਜਿਹੜਾ ਦੱਖਣ ਨੂੰ ਅਪੇਕਸ਼ਿਤ ਕੀਤਾ ਹੈ ਜਾਂ ਅਣਦੇਖਾ ਕੀਤਾ ਹੈ। ਠੀਕ ਹੈ, DMK ਨੇਤਾਵਾਂ ਦਾ ਕਹਿਣਾ ਹੈ ਕਿ ਜਿੰਨੀਆਂ ਵੀ 5 ਸਾਲਾ ਯੋਜਨਾਵਾਂ ਬਣਾਈਆਂ ਗਈਆਂ ਹਨ, ਉਹ ਸਾਫ਼ ਤੌਰ ਤੇ ਇਹ ਜ਼ਾਹਿਰ ਕਰਦੀਆਂ ਹਨ ਕਿ ਕਾਂਗਰਸ ਸਰਕਾਰ ਨੇ ਹਮੇਸ਼ਾ ਉੱਤਰ ਵੱਲ ਜ਼ਿਆਦਾ ਧਿਆਨ ਦਿੱਤਾ ਹੈ ਅਤੇ ਇਸ ਦੇ ਅਨੁਸਾਰ ਸਰਕਾਰ ਨੇ ਕਦੇ ਵੀ ਪਲੈਨਿੰਗ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਅਰਥ ਸ਼ਾਸਤਰੀਆਂ ਦੀ ਰਾਏ ਉੱਤੇ ਕਦੇ ਵੀ ਧਿਆਨ ਨਹੀਂ ਦਿੱਤਾ ਹੈ। ਕਰੋੜਾਂ ਰੁਪਏ ਦੀ ਇਸ ਤੋਂ ਇਲਾਵਾ ਜਿਹੜੇ ਕਰੋੜਾਂ ਰੁਪਏ ਦੀ ਜਿੰਨੀ ਵੀ ਵਿਕਾਸ ਯੋਜਨਾਵਾਂ ਸੀ, ਉਹ ਸਿਰਫ ਨਾਰਥ ਲਈ ਹੀ ਬਣਾਈਆਂ ਗਈਆਂ ਸੀ। ਇਹ ਭਾਵੇਂ ਇਹ ਦੱਖਣੀ ਭਾਰਤ ਵਿੱਚ ਜਿਹੜੀ ਇੱਕ ਤਾਂ ਲੋਕਾਂ ਦੀ ਗਿਣਤੀ ਘੱਟ ਹੈ ਤੇ ਵੋਟ ਜਿਹੜੀ ਜ਼ਿਆਦਾ ਇੰਪੋਰਟੈਂਸ ਧਿਆਨ ਨਹੀਂ ਦਿੱਤੀ ਜਾਂਦੀ, ਜਿਸ ਕਾਰਨ ਇਹਨਾਂ ਦਾ ਸ਼ੋਸ਼ਣ ਹੈ ਜਿਹੜਾ ਕੀਤਾ ਜਾਂਦਾ ਹੈ। DMK ਦੁਆਰਾ ਇੱਕ ਹੋਰ ਆਰੋਪ ਲਗਾਇਆ ਜਾਂਦਾ ਹੈ ਕਿ ਉੱਤਰ ਦੇ ਉਦਯੋਗਪਤੀ ਵੀ ਦੱਖਣ ਦੇ ਖੇਤਰ ਨੂੰ ਇੱਕ ਸ਼ੋਸ਼ਣ ਕਰਨ ਦਾ ਜ਼ਿਆਦਾ ਵਧੀਆ ਸਾਧਨ ਹੈ ਜਾਂ ਜ਼ਿਆਦਾ ਵਧੀਆ ਖੇਤਰ ਹੈ ਜਿਹੜਾ ਮੰਨਦੇ ਹਨ। ਹਿੰਦੀ ਨੂੰ ਦੇਸ਼ ਦੀ ਜਿਹੜੀ ਸਰਕਾਰੀ ਭਾਸ਼ਾ ਬਣਾਏ ਜਾਣ ਦੇ ਵਿਰੋਧ ਵਿੱਚ ਬਣਾਏ ਜਾਣ ਦਾ ਵਿਰੋਧ ਹੈ ਜਿਹੜਾ ਕੀਤਾ ਜਾਂਦਾ ਹੈ DMK ਜਾਂ ਦੱਖਣੀ ਭਾਸ਼ਾਈ ਖੇਤਰਾਂ ਵੱਲੋਂ, ਕਿਉਂਕਿ ਉਹਨਾਂ ਨੂੰ ਡਰ ਹੈ ਕਿ ਜਿਹੜੀ ਹਿੰਦੀ ਹੈ ਜਿਹੜੀ ਉਹ ਸਰਕਾਰੀ ਭਾਸ਼ਾ ਬਣ ਜਾਵੇਗੀ ਅਤੇ ਉਹਨਾਂ ਦੀ ਭਾਸ਼ਾਵਾਂ ਨੂੰ ਹਿੰਦੀ ਭਾਸ਼ਾ ਦੀ ਅਧੀਨਤਾ ਸਵੀਕਾਰ ਕਰਨ ਲਈ ਮਜਬੂਰ ਹੋਣਾ ਪਵੇਗਾ। ਅੰਦੋਲਨ ਵਿੱਚ ਅਲਗਾਵਵਾਦੀ ਪ੍ਰਵਿਰਤੀ ਰਾਸ਼ਟਰੀ ਅਤੇ ਰਾਜ ਸਤਰ ਮਤਭੇਦਾਂ ਦਾ ਨਤੀਜਾ ਹੈ। ਭਾਵ ਕਿ ਇਹ ਜਿਹੜਾ ਅੰਦੋਲਨ ਦੀ ਅਲਗਾਵਵਾਦੀ ਪ੍ਰਵਿਰਤੀ ਹੈ ਜਿਹੜੀ ਜਿਹੜਾ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਜਿੰਨੇ ਵੀ ਆਪਸੀ ਮਤਭੇਦ ਹੋਏ ਆ, ਨਾਰਥ ਦਾ ਸਾਊਥ ਲਈ, ਡਿਫਰੈਂਟ ਸਟੇਟ ਦਾ ਇੱਕ ਦੂਜੇ ਲਈ ਜਿਹੜਾ ਮਤਭੇਦ ਹੋਇਆ ਹੈ, ਉਸ ਦਾ ਨਤੀਜਾ ਹੈ। ਖੇਤਰੀ ਰਾਜਨੀਤੀ ਜੋ ਭਾਸ਼ਾ ਅਤੇ ਜਾਤੀ ਪੱਖਪਾਤ ਉੱਤੇ ਆਧਾਰਿਤ ਹੈ। ਇਸ ਅੰਦੋਲਨ ਨੂੰ ਸੰਕਟ ਵਿੱਚ ਪਾਉਣ ਦਾ ਇੱਕ ਹੋਰ ਕਾਰਨ ਦੱਖਣ ਵਿੱਚ ਹਿੰਦੀ ਦਾ ਆਗਮਨ ਹੈ। ਤਾਮਿਲ ਸੰਸਕ੍ਰਿਤੀ ਸਭਿਅਤਾ ਦੀ ਪਹਿਚਾਣ ਉੱਤੇ ਮੰਨੀ ਗਈ ਹੈ। ਦ੍ਰਾਵਿੜ ਨੇਤਾਵਾਂ ਅਤੇ ਤਮਿਲ ਵਿਦਵਾਨਾਂ ਦਾ ਇਹ ਮਤ ਹੈ ਕਿ ਤਮਿਲ ਦਾ ਉਦੋਂ ਤੱਕ ਉਧਾਰ ਜਾਂ ਉਦੈ ਸੰਭਵ ਨਹੀਂ ਹੈ ਜਦੋਂ ਤੱਕ ਸੰਸਕ੍ਰਿਤਿਕ ਭਾਸ਼ਾ ਦੀ ਚੁੰਗਲ ਵਿੱਚੋਂ ਇਸਨੂੰ ਨਾ ਕੱਢਿਆ ਜਾ ਸਕੇ। DMK ਉਹਨਾਂ ਸਥਾਨਕ ਖੇਤਰੀ ਸਮੱਸਿਆਵਾਂ ਉੱਤੇ ਪ੍ਰਭਾਵ ਪਾਉਂਦੀ ਹੈ ਜੋ ਅਖਿਲ ਭਾਰਤੀ ਕਾਂਗਰਸ ਲਈ ਲਾਹੇਵੰਦ ਹੁੰਦੀ ਹੈ। ਨੇਤਾਵਾਂ ਦੇ ਦੁਆਰਾ ਨਜ਼ਰਅੰਦਾਜ਼ ਕੀਤੀ ਗਈ ਇਹ ਇੱਕ ਖੇਤਰੀ ਪਾਰਟੀ ਹੈ ਜਿਸ ਦਾ ਤਾਮਿਲਨਾਡੂ ਦੇ ਬਾਹਰ ਕੋਈ ਹੋਂਦ ਨਹੀਂ ਹੈ। ਹਾਲਾਂਕਿ ਆਜ਼ਾਦੀ ਤੋਂ ਪਹਿਲਾਂ ਇਸਨੂੰ ਮਦਰਾਸ ਪ੍ਰੈਜ਼ੀਡੈਂਸੀ ਵੱਲੋਂ ਕੁਝ ਸਮਰਥਨ ਪ੍ਰਾਪਤ ਸੀ, ਪਰੰਤੂ ਵਰਤਮਾਨ ਸਮੇਂ ਤਾਮਿਲਨਾਡੂ ਤੋਂ ਇਲਾਵਾ ਇਸਦਾ ਬਾਹਰ ਕੋਈ ਕੰਨੜ, ਮਲਿਆਲਮ, ਤੇਲਗੂ ਭਾਸ਼ਾਈ ਖੇਤਰਾਂ ਵਿੱਚ ਇਸਦਾ ਕੋਈ ਪ੍ਰਬਲ ਪ੍ਰਭਾਵ ਨਹੀਂ ਹੈ। ਕੇਰਲ, ਮੈਸੂਰ, ਕਰਨਾਟਕ, ਆਂਧਰਾ ਪ੍ਰਦੇਸ਼,
ਦੀਆਂ ਵਿਧਾਨ ਸਭਾਵਾਂ ਵਿੱਚ DMK ਦਾ ਕੋਈ ਪ੍ਰਤੀਨਿਧਤਵ ਨਹੀਂ ਹੈ। ਮੁੱਖ ਗੈਰ ਬ੍ਰਾਹਮਣ ਜਾਤੀਆਂ ਨੇ ਰਾਸ਼ਟਰੀ ਦਲਾਂ ਜਿਵੇਂ ਕਿ ਕਾਂਗਰਸ, ਸੁਤੰਤਰਤਾ ਅਤੇ ਸਾਮਵਾਦੀ ਦਲਾਂ ਦੇ ਨਾਲ ਰਹਿਣਾ ਜ਼ਿਆਦਾ ਬਿਹਤਰ ਸਮਝਿਆ। ਤਾਮਿਲਨਾਡੂ ਵਿੱਚ ਇਹ ਦੋਵੇਂ ਹਿੱਸਿਆਂ ਵਿੱਚ ਵੰਡੇ ਹੋਏ ਹਨ। ਪਹਿਲਾ ਕਾਂਗਰਸ ਦੇ ਨਾਲ ਤੇ ਦੂਜਾ DMK ਦੇ ਨਾਲ ਹੈ ਜਿਹੜਾ ਰਹਿ ਕੇ ਕੰਮ ਕਰ ਰਹੇ ਹਨ। ਦ੍ਰਾਵਿੜ ਅੰਦੋਲਨ ਆਪਣੀ ਦੱਖਣੀ ਖੇਤਰਵਾਦੀ ਅਤੇ ਉੱਤਰ ਵਿਰੋਧੀ ਸੋਚ ਦੇ ਨਾਲ ਭਾਰਤੀ ਰਾਸ਼ਟਰਵਾਦੀ ਦਾ ਸਾਥ ਦੇ ਸਕਦਾ ਹੈ, ਜੇਕਰ ਇਹ ਆਪਣੀ ਜਾਤੀਵਾਦੀ ਵਿਚਾਰਧਾਰਾ ਜਾਂ ਅਲਗਾਵਵਾਦੀ ਨੀਤੀਆਂ ਨੂੰ ਤਿਆਗ ਦੇਣ। ਭਾਵ ਕਿ ਤਾਮਿਲਨਾਡੂ ਦੁਆਰਾ ਇਹ ਦੱਸਿਆ ਗਿਆ ਹੈ ਕਿ ਉਹ ਆਪਣੀ ਖੇਤਰਵਾਦੀ ਜਾਂ ਉੱਤਰ ਵਿਰੋਧੀ ਸੋਚ ਨੂੰ ਛੱਡ ਸਕਦੇ ਹਨ, ਜੇਕਰ ਕੇਂਦਰ ਹੈ ਜਿਹੜਾ ਉਹ ਜਾਤੀਵਾਦੀ ਵਿਚਾਰਾਂ ਜਾਂ ਅਲਗਾਵਵਾਦੀ ਨੀਤੀਆਂ ਨੂੰ ਛੱਡ ਦੇਵੇ। ਉਸਦੀ ਰਾਜਨੀਤਿਕ ਪ੍ਰਣਾਲੀ ਦਾ ਨਤੀਜਾ ਹੈ ਅਤੇ ਜੋ ਸੱਤਾ ਵਿੱਚ ਸਰਵਉੱਚ ਅਤੇ ਤਾਮਿਲਾਂ ਦੀ ਵਿਧਾਨਿਕ ਇੱਛਾ ਹੈ ਅਤੇ ਉਹਨਾਂ ਦੀ ਸੰਸਕ੍ਰਿਤਿਕ ਪਹਿਚਾਣ ਨੂੰ ਬਣਾਏ ਰੱਖਣ ਵਿੱਚ ਜੁੜੀ ਹੈ ਨੂੰ ਸਮਝਣਾ ਚਾਹੀਦਾ ਹੈ ਕਿ ਸੈਂਟਰਲ ਦਾ ਜੋ ਵੀ ਇਹ ਕਰਤੱਵ ਬਣਦਾ ਹੈ ਕਿ ਉਹ ਸੰਘਾਤਮਕ ਰਾਜ ਦੇ ਲਈ ਹਰੇਕ ਸਟੇਟ ਨੂੰ ਇਕੁਅਲੀ ਦਰਜਾ ਦੇਵੇ, ਉਹਨਾਂ ਦੀ ਵਿਧਾਨਿਕ ਇੱਛਾਵਾਂ ਨੂੰ ਇੰਪੋਰਟੈਂਸ ਦੇਵੇ, ਨਿੱਜੀ ਸੰਸਕ੍ਰਿਤਿਕ ਪਹਿਚਾਣ ਨੂੰ ਬਣਾਈ ਰੱਖੇ ਜਿਹੜੀ ਕਿ ਉਹਨਾਂ ਨਾਲ ਡੀਪਲੀ ਤੌਰ 'ਤੇ ਜੁੜੀ ਹੋਈ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਕੁਦਰਤੀ ਅੰਦੋਲਨ ਇੱਕ ਪਰੰਪਰਾਗਤ ਸਮਾਜ ਦਾ ਚਿੰਨ੍ਹ ਹੈ। ਇਹ ਕੁਦਰਤੀ ਹੈ ਜਾਤੀ ਨੂੰ ਇੱਕ ਪ੍ਰਗਤੀਸ਼ੀਲ ਸਮਾਜ ਦੀ ਚੁਣੌਤੀਆਂ ਦਾ ਸਾਹਮਣਾ ਕਰਨਾ ਹੀ ਪਵੇਗਾ। 1858 ਤੋਂ 1947 ਤੱਕ ਦਾ ਭਾਰਤੀ ਇਤਿਹਾਸ ਬ੍ਰਿਟਿਸ਼ ਰਾਜ ਦੇ ਅੰਤਰਗਤ ਵਿਭਿੰਨ ਰਾਸ਼ਟਰੀਅਤਾਵਾਂ ਦੇ ਸ਼ਾਂਤੀਪੂਰਨ ਸਹਿਹੋਂਦ ਦਾ ਗਵਾਹ ਹੈ। ਸੁਤੰਤਰਤਾ ਅੰਦੋਲਨ ਅਤੇ ਅੰਗਰੇਜ਼ੀ ਭਾਸ਼ਾ ਤੋਂ ਸੰਚਾਰ ਦਾ ਮਾਧਿਅਮ ਬਣਾ ਕੇ ਭਾਰਤੀ ਏਕਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਅਤੇ ਇਸ ਉੱਤੇ ਭਾਰਤੀ ਸੰਘਵਾਦ ਉੱਤੇ ਨਿਰਭਰ ਕਰਦੀ ਹੈ। ਸਟੂਡੈਂਟਸ, ਇਹ ਸੀ ਸਾਡਾ ਡਰਾਵਿਡੀਅਨ ਮੂਵਮੈਂਟ ਜੋ ਕਿ ਤਾਮਿਲ ਦੀ ਪੋਲੀਟਿਕਸ ਨਾਲ ਰਿਲੇਟਡ ਸੀ। ਇਹ MA ਦੇ ਟੌਪਿਕਸ ਹਨ ਜਿਹੜੇ ਕਿ ਹੁਣ ਜਿਹੜੇ 17th ਨੂੰ ਐਗਜ਼ਾਮ ਕਹਿ ਰਹੇ ਸਟਾਰਟ ਹੋਣ ਜਾ ਰਹੇ, ਤਾਂ ਸਟੂਡੈਂਟ ਪਲੀਜ਼ ਇਹ ਸਿਲੇਬਸ ਕਵਰ ਕਰ ਲਓ ਜੋ ਕਿ ਤੁਹਾਡੇ ਐਗਜ਼ਾਮ ਦੇ ਲਈ ਕਾਫੀ ਬੈਨੀਫਿਸ਼ੀਅਲ ਰਹੇਗਾ। तो स्टूडेंट मेरी यह वीडियो सब्सक्राइब करियो, लाइक करियो एंड शेयर करियो। थैंक यू स्टूडेंट्स।